ਤੋਂ ਬੇਸਿਕ ਪ੍ਰੋਬਲਮ ਤਾਂ ਇਹ ਹੈ ਜੀ ਕਿ ਅਸੀਂ ਗੱਲ ਕਰ ਰਹੇ ਹਾਂ ਕਿ ਬੁੱਢੇ ਦਰਿਆ ਦੀ ਪੁਨਰ ਸੁਰਜੀਤੀ ਦੀ, ਜਿਹਦੇ ਕਰਕੇ ਅਸੀਂ ਸਤਲੁਜ ਨੂੰ ਠੀਕ ਕਰਨਾ ਚਾਹੁੰਦੇ ਹਾਂ ਤਾਂ ਕਿ ਜਿਹੜੇ ਸਾਊਥ ਪੰਜਾਬ ਦੇ ਲੋਕ ਹੈ ਉਹਨਾਂ ਨੂੰ ਪਾਣੀ ਠੀਕ ਮਿਲ ਸਕੇ, ਉਹਨਾਂ ਨੂੰ ਜਿਹੜਾ ਕੈਂਸਰ ਦੀਆਂ ਪ੍ਰੋਬਲਮਸ ਆ ਰਹੀਆਂ, ਹੋਰ ਪ੍ਰੋਬਲਮਸ ਆ ਰਹੀਆਂ, ਉਹਦਾ ਪੋਲੂਸ਼ਨ ਘਟਾਇਆ ਜਾ ਸਕੇ। ਅਫਸਰ ਜਾਣਬੁੱਝ ਕੇ ਕਰਦੇ ਨੇ, ਬੁੱਢੇ ਦਰਿਆ ਨੂੰ ਸਾਫ਼ ਨਹੀਂ ਹੋਣ ਦੇਣਾ ਚਾਹੁੰਦੇ ਜੀ। ਜਾਂਦੇ ਨੇ ਡ੍ਰੀਮ ਪ੍ਰੋਜੈਕਟ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਲੋਕਾਂ ਦੇ ਪੈਸੇ ਦੀ ਬਰਬਾਦੀ ਕਰਦੇ ਹੋ ਤੇ ਉਹਨਾਂ ਦੀ ਗੱਲਾਂ ਜਿਹੜਾ ਡ੍ਰੀਮ ਪ੍ਰੋਜੈਕਟ ਹੈ ਉਹ ਡ੍ਰੀਮ 'ਚ ਹੀ ਰਹਿ ਜਾਵੇ। ਆਪਣਾ ਬੁੱਢੇ ਦਰਿਆ ਦਾ ਪ੍ਰੋਜੈਕਟ ਹੈ, ਇਹਨੂੰ ਇਹਨਾਂ ਨੇ ਪੂਰੀ ਤਰ੍ਹਾਂ ਖਾਰਿਜ ਕਰਨ ਦੀ ਸੋਚ ਲਈ ਹੈ ਮਨ ਦੇ ਵਿੱਚ। ਅਕਾਲੀ ਗਵਰਨਮੈਂਟ ਸੀ ਜਾਂ ਕਾਂਗਰਸ ਗਵਰਨਮੈਂਟ ਸੀ, ਉਦੋਂ ਇਹ ਜਿਹੜਾ ਡਿਕਲੇਅਰ ਹੋਇਆ ਸੀ, ਇਹ ਪਾਰਕ ਵਾਸਤੇ ਡਿਕਲੇਅਰ ਹੋਇਆ ਸੀ ਇਹ ਜਗ੍ਹਾ। ਸੰਧਵਾ ਜੀ ਨੇ ਇੱਕ ਕਮੇਟੀ ਬਣਾਈ ਹੈ ਜਿਹਦੇ ਚੇਅਰਮੈਨ ਗਰੇਵਾਲ ਜੀ ਨੇ, ਤੇ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਕਿ ਉਹਦੇ ਪਤਾ ਹੀ ਨਹੀਂ ਚੱਲਦਾ ਕੀ ਉਹ ਮੀਟਿੰਗਾਂ ਸਿਰਫ ਬੰਦ ਕਮਰੇ 'ਚ ਹੋ ਰਹੀਆਂ ਨੇ, ਕੀ ਉਹ ਮੀਟਿੰਗਾਂ ਕੁਝ ਖਾਸ ਬੰਦਿਆਂ ਨਾਲ ਮਿਲ ਕੇ ਹੋ ਰਹੀਆਂ ਨੇ, ਕੀ ਉਹ ਮੀਟਿੰਗਾਂ ਦੇ ਵਿੱਚ ਕੋਈ ਧਾਂਦਲੀ ਦੀ ਗੱਲ ਵੀ ਹੋ ਰਹੀ ਹੈ ਕਿ ਇਹ ਲਾ ਕੇ ਇਹਨਾਂ ਨੂੰ ਆਪਣਾ ਪਰਸਨਲ ਕੀ ਫਾਇਦਾ ਹੈ, ਕਿਉਂਕਿ ਇਹ ਲੋਕ ਜਨਤਾ ਤੱਕ ਨਹੀਂ ਪਹੁੰਚ ਰਹੇ। ਜਨਤਾ ਦੇ ਵਿੱਚ ਜਾਣ ਦੀ ਬਜਾਏ ਇਹ ਅੰਦਰ ਕਮਰਿਆਂ 'ਚ ਬੈਠ ਕੇ ਜਿਹੜੀ ਮੀਟਿੰਗਾਂ ਕਰ ਰਹੇ ਨੇ ਤੇ ਮੀਟਿੰਗਾਂ ਦੇ ਨਾਲ ਕੰਮ ਜਾਂਦੇ ਨੇ। ਡ੍ਰੀਮ ਪ੍ਰੋਜੈਕਟ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਲੋਕਾਂ ਦੇ ਪੈਸੇ ਦੀ ਬਰਬਾਦੀ ਕਰਦੇ ਹੋ ਤੇ ਉਹਨਾਂ ਦੀ ਗੱਲਾਂ ਜਿਹੜਾ ਡ੍ਰੀਮ ਪ੍ਰੋਜੈਕਟ ਹੈ ਉਹ ਡ੍ਰੀਮ 'ਚ ਹੀ ਰਹਿ ਜਾਵੇ। ਅਸੀਂ ਅੱਜ ਫਿਰ ਕਹਿਣਾ ਚਾਹੁੰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਪਹਿਲੇ ਲੋਕਾਂ ਵਿੱਚ ਆ ਕੇ, ਸੈਕੰਡਲੀ ਪਬਲਿਕ ਐਕਸ਼ਨ ਕਮੇਟੀ ਦੇ ਨਾਲ ਮੀਟਿੰਗ ਕਰਕੇ ਪਹਿਲੇ ਤਾਂ ਡਿਸਾਈਡ ਕਰੋ ਕਿ ਇਹ ਪ੍ਰੋਜੈਕਟ ਸਹੀ ਤਰੀਕੇ ਨਾਲ ਚੱਲ ਵੀ ਪਾਏਗਾ ਜਾਂ ਤੁਹਾਡੀਆਂ ਵੀ ਜਿਹੜੀਆਂ ਸਿਰਫ 5 ਸਾਲ ਦਾ ਹੀ ਵਿਜ਼ਨ ਹੈ ਕਿ 5 ਸਾਲ ਜੋ ਅਸੀਂ ਕਰਨਾ ਕਰ ਲਈਏ ਮਰਜ਼ੀ, ਉਸ ਤੋਂ ਬਾਅਦ ਲੋਕਾਂ ਨੇ ਤਾਂ ਇਹਨਾਂ ਨੂੰ ਚੁਣਨਾ ਨਹੀਂ। ਕਿਉਂਕਿ ਜੋ ਹਾਲਾਤ ਸੰਗਰੂਰ 'ਚ ਹੋਏ ਨੇ ਤੇ ਜੋ ਹਾਲਾਤ ਜ਼ੀਰਾ ਦੇ ਵਿੱਚ ਪੈਦਾ ਹੋ ਰਹੇ ਨੇ, ਮਾਲਬਰੋ ਫੈਕਟਰੀ ਕਰਕੇ ਜਿਹੜਾ ਜ਼ਮੀਨੀ ਪਾਣੀ ਨੂੰ ਉਹਨੇ ਨੁਕਸਾਨ ਪਹੁੰਚਾਇਆ, ਉੱਦਾਂ ਦੇ ਹਾਲਾਤ ਹੀ ਇੱਧਰ ਬੁੱਢਾ ਦਰਿਆ ਦੇ ਦੁਬਾਰਾ ਹੋ ਰਹੇ ਨੇ, ਜਿਹੜਾ ਪਹਿਲੇ ਕਾਲਾ ਹੋ ਚੁੱਕਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਬਿਮਾਰੀਆਂ ਹੀ ਦੇਣੀਆਂ। ਹਸਪਤਾਲਾਂ ਦੀ ਗੱਲਾਂ ਕਰਦੇ ਆ ਰਹੇ ਨੇ, ਲੇਕਿਨ ਜਿਹੜੇ ਰੂਟ ਕਾਜ਼ ਹੈ, ਜਿਹੜੀ ਪ੍ਰੋਬਲਮ ਹੈਗੀ ਹੈ ਜਿਨ੍ਹਾਂ ਕਰਕੇ ਲੋਕਾਂ ਨੂੰ ਬਿਮਾਰੀਆਂ ਹੋ ਰਹੀਆਂ, ਉਹਨੂੰ ਖਤਮ ਕਰਨ ਦੀ ਗੱਲ ਨਹੀਂ ਹੋ ਰਹੀ। ਅਸੀਂ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਕਹਿਣਾ ਚਾਹਾਂਗੇ ਕਿ ਇਹਦੇ ਬਾਰੇ ਪਹਿਲੇ ਵਿਚਾਰ ਕਰ ਲਓ, ਇਹਦੇ ਬਾਰੇ ਪਹਿਲੇ ਵਿਚਾਰ ਕਰ ਲਓ ਤੇ ਇਸ ਪ੍ਰੋਜੈਕਟ ਨੂੰ ਮਹੀਨਾ 2 ਮਹੀਨੇ ਚਾਹੇ ਜੇ ETB ਬਾਕੀ ਕੰਮ ਤੁਸੀਂ ਕਰਾ ਰਹੇ ਹੋ ਜਿਹੜੇ ਪੰਪਿੰਗ ਸਟੇਸ਼ਨ ਬਣਾ ਰਹੇ। ਮੇਰਾ ਚਰਨਦੀਪ ਸਿੰਘ। ਹਾਂਜੀ ਜਨੀ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਜੀ, ਪਹਿਲਾਂ ਹੀ ਗੱਲ ਤਾਂ ਇਹ ਆ, ਜਿਹੜੀ ਇਹ ਜਗ੍ਹਾ ਇਹ ਪਾਰਕ ਵਾਸਤੇ ਡਿਸਾਈਡ ਹੋਈ ਸੀ ਪਹਿਲਾਂ, ਬਾਅਦ 'ਚ ਜਿਹੜਾ ETB ਪਲਾਂਟ ਨਹੀਂ ਲਿਆਂਦਾ ਇਹ ਹੁਣ ਜਿਹੜੀ ਆਪ ਗਵਰਨਮੈਂਟ ਆਈ ਹੈ, ਹੁਣ ਪਤਾ ਨਹੀਂ ਇਹਦੇ ਵਿੱਚ ਕੀ ਆਪਦਾ ਇਹਨਾਂ ਦਾ ਜਿਹੜਾ ਨਿੱਜੀ ਆਪਣਾ ਨਿੱਜੀ ਸਵਾਰਥ ਵੀ ਹੈ। ਕਿਉਂਕਿ ਪਹਿਲਾਂ ਜਦੋਂ ਇਹ ਅਕਾਲੀ ਗਵਰਨਮੈਂਟ ਸੀ ਜਾਂ ਕਾਂਗਰਸ ਗਵਰਨਮੈਂਟ ਸੀ, ਉਦੋਂ ਇਹ ਜਿਹੜਾ ਡਿਕਲੇਅਰ ਹੋਇਆ ਸੀ ਇਹ ਪਾਰਕ ਵਾਸਤੇ ਡਿਕਲੇਅਰ ਹੋਇਆ ਸੀ ਇਹ ਜਗ੍ਹਾ। ਹੁਣ ਜਦੋਂ ਇਹ ਗਵਰਨਮੈਂਟ ਆਈ ਹੈ, ਇੱਕਦਮ ਹੀ ਇਹਨਾਂ ਦੇ ਪਤਾ ਨਹੀਂ ਕੀ ਇਹਨਾਂ ਦੇ ਦਿਮਾਗ 'ਚ ਆਇਆ ਵੀ ਇਹ ETB ਪਲਾਂਟ ਲਾ ਦਈਏ, ਜਦੋਂ ਕਿ ਅੱਗੇ ਵੱਲੋਂ ਕਿ ਐਡਾ ਵੱਡਾ ਪਲਾਂਟ ਲੱਗਾ ਆ ਉਹ ਸਕਸੈਸਫੁਲ ਨਹੀਂ ਹੈਗਾ, ਇਹ ਕਿੱਥੋਂ ਹੋ ਜਾਊਗਾ। ਠੀਕ ਹੈ ਜੀ, ਹੋਰ ਕੁਝ ਤੁਸੀਂ ਕਹਿਣਾ ਚਾਹੋਗੇ? ਬਸ ਸਾਡੀ ਤਾਂ ਇਹੀ ਡਿਮਾਂਡ ਆ ਜੀ, ਇਹਨੂੰ ਬੰਦ ਕੀਤਾ ਜਾਵੇ ਤੇ ਜਿਹੜੇ ਮਹੱਲਾ ਨਿਵਾਸੀ, ਪਹਿਲੀ ਗੱਲ ਤਾਂ ਇਹ ਰੈਜ਼ੀਡੈਂਸ਼ੀਅਲ ਏਰੀਆ ਇਹ 'ਚ ਲੱਗ ਹੀ ਨਹੀਂ ਸਕਦਾ ਹੈਗਾ। ਠੀਕ ਹੈ, ਬਿਲਕੁਲ ਹੈ ਜੀ, ਇਹ ਰੈਜ਼ੀਡੈਂਸ਼ੀਅਲ ਏਰੀਆ ਦੇ ਨਾਲ ਲੱਗਣ ਜਾ ਰਿਹਾ ਹੈ ਤੇ ਅਸੀਂ ਉਹਨਾਂ ਜਸਕੀਰਤ ਜੀ ਦੀ ਰਿਪਰੈਜ਼ੈਂਟੇਸ਼ਨਸ ਭੇਜੀਆਂ ਤੇ ਮੈਂ ਜਸਕੀਰਤ ਜੀ ਨੂੰ ਪੁੱਛਾਂਗਾ ਕੀ ਕਹਿਣਾ ਚਾਹੁੰਦੇ। ਜੀ ਸੋ ਸਭ ਤੋਂ ਬੇਸਿਕ ਪ੍ਰੋਬਲਮ ਤਾਂ ਇਹ ਹੈ ਜੀ ਕਿ ਅਸੀਂ ਗੱਲ ਕਰ ਰਹੇ ਹਾਂ ਕਿ ਬੁੱਢੇ ਦਰਿਆ ਦੀ ਪੁਨਰ ਸੁਰਜੀਤੀ ਦੀ, ਜਿਹਦੇ ਕਰਕੇ ਅਸੀਂ ਸਤਲੁਜ ਨੂੰ ਠੀਕ ਕਰਨਾ ਚਾਹੁੰਦੇ ਹਾਂ ਤਾਂ ਕਿ ਜਿਹੜੇ ਸਾਊਥ ਪੰਜਾਬ ਦੇ ਲੋਕ ਹੈ ਉਹਨਾਂ ਨੂੰ ਪਾਣੀ ਠੀਕ ਮਿਲ ਸਕੇ, ਉਹਨਾਂ ਨੂੰ ਜਿਹੜਾ ਕੈਂਸਰ ਦੀਆਂ ਪ੍ਰੋਬਲਮਸ ਆ ਰਹੀਆਂ, ਹੋਰ ਪ੍ਰੋਬਲਮਸ ਆ ਰਹੀਆਂ, ਉਹਦਾ ਪੋਲੂਸ਼ਨ ਘਟਾਇਆ ਜਾ ਸਕੇ। ਉਹਦੇ ਵਾਸਤੇ ਇਹ 840 ਕਰੋੜ ਦਾ ਇੱਕ ਬੁੱਢੇ ਦਰਿਆ ਦਾ ਪੁਨਰ ਸੁਰਜੀਤੀ ਦਾ ਪ੍ਰੋਜੈਕਟ ਬਣਾਇਆ ਗਿਆ। ਉਹਦੇ ਵਿੱਚ ਇੱਕ ਸਮੱਸਿਆ ਸੀਗੀ ਕਿ ਗੋਹੇ ਦਾ ਕੀ ਕੀਤਾ ਜਾਊਗਾ, ਕਿਉਂਕਿ 2 ਡੇਅਰੀ ਕੰਪਲੈਕਸ ਲੁਧਿਆਣੇ ਵਿੱਚ ਹੈਗੇ। ਹੁਣ ਇੱਥੇ ਇੱਕ ਗੱਲ ਇਹ ਆਉਂਦੀ ਹੈ ਕਿ ਸਾਰੇ ਪੰਜਾਬ ਦੇ ਵਿੱਚ 10,000 ਡੇਅਰੀਆਂ, ਉਹ ਤੋਂ ਪ੍ਰੋਬਲਮ ਨਹੀਂ ਹੈ। ਲੁਧਿਆਣੇ 'ਚ 500-700 ਡੇਅਰੀਆਂ ਜਿਹੜੀਆਂ ਉਹ ਬਹੁਤ ਵੱਡੀ ਪ੍ਰੋਬਲਮ ਕਿਉਂ ਕ੍ਰੀਏਟ ਹੋ ਰਹੀ ਹੈ? ਉਹ ਇਸੇ ਕਰਕੇ ਹੋ ਰਹੀ ਹੈ ਕਿਉਂਕਿ ਇੱਥੇ ਕਨਸੈਂਟਰੇਟਡ ਨੇ ਤੇ ਸ਼ਹਿਰ ਦੇ ਵਿੱਚ ਨੇ। ਇੱਕ ਬੜਾ ਅੱਛਾ ਪ੍ਰਪੋਜ਼ਲ ਸੀਗਾ ਕਿ ਇਹਨਾਂ ਨੂੰ ਸ਼ਹਿਰ ਤੋਂ ਬਾਹਰ ਲੈ ਕੇ ਜਾਇਆ ਜਾਏ, ਉਹੀ ਪ੍ਰਪੋਜ਼ਲ ਨੂੰ ਦੁਬਾਰਾ ਰਿਵਾਈਵ ਕਰਨਾ ਚਾਹੀਦਾ ਹੈ ਕਿ ਡੇਅਰੀਆਂ ਜਿਹੜੀਆਂ ਉਹ ਇਕੱਠੀਆਂ ਇੱਕ ਕਲਸਟਰ ਦੇ ਵਿੱਚ ਬਹੁਤੀਆਂ ਕਨਸੈਂਟਰੇਟਡ ਨਹੀਂ ਹੋਣੀਆਂ ਚਾਹੀਦੀਆਂ। ਗੋਹੇ ਦੀ ਪ੍ਰੋਬਲਮ ਸੋਲਵ ਕਰਨ ਲਈ ਗੋਹਾ ਜਿਹੜਾ ਹੈ ਪਿੰਡਾਂ ਦੇ ਵਿੱਚ ਖੇਤਾਂ ਦੇ ਨੇੜੇ ਤੇ ਜੇ ਡੇਅਰੀਆਂ ਚਲੀਆਂ ਜਾਣਗੀਆਂ, ਪ੍ਰੋਬਲਮ ਆਪਣੇ ਆਪ ਖਤਮ ਹੋ ਜਾਏਗੀ। ਆ 40 ਕਰੋੜ ਰੁਪਈਆ ਸਰਕਾਰ ਨੂੰ ਖਰਾਬ ਕਰਨ ਦੀ ਲੋੜ ਨਹੀਂ। ਔਰ ਉਸ ਤੋਂ ਬਾਅਦ ਅਗਲੀ ਗੱਲ ਇਹ ਹੈ ਕਿ ਜੇ ਲੱਗ ਵੀ ਜਾਂਦਾ ਇੱਥੇ ETP, ਲੋਕਾਂ ਨੂੰ ਜਿਹੜੀ ਪ੍ਰੋਬਲਮ ਆਏਗੀ, ਜਿਹੜੇ ਮਹੱਲਾ ਨਿਵਾਸੀ ਨੇ, ਜਿਹੜੇ ਨੇੜੇ ਰਹਿੰਦੇ, ਉਹਨਾਂ ਨੂੰ ਤਾਂ ਪ੍ਰੋਬਲਮ ਆਏਗੀ। ਉਸ ਤੋਂ ਬਾਅਦ ਇਹ 840 ਕਰੋੜ ਦਾ ਜਿਹੜਾ ਭਗਵੰਤ ਮਾਨ ਜੀ ਦਾ ਡ੍ਰੀਮ ਪ੍ਰੋਜੈਕਟ ਹੈ ਕਿ ਅਸੀਂ ਸਤਲੁਜ ਨੂੰ ਸਾਫ਼ ਕਰਨਾ ਹੈ, ਬੁੱਢੇ ਦਰਿਆ ਨੂੰ ਸਾਫ਼ ਕਰਨਾ ਹੈ, ਉਹਨੂੰ ਫੇਲ ਕਰਨ 'ਚ ਸਭ ਤੋਂ ਵੱਡਾ ਰੋਲ ਇਹ ETP ਪਲਾਂਟਸ ਦਾ ਹੋਏਗਾ ਕਿਉਂਕਿ ਇਹ ਗੋਹੇ ਦਾ ਟ੍ਰੀਟਮੈਂਟ ਇਹਦੇ ਬਾਵਜੂਦ ਕਾਮਯਾਬ ਨਹੀਂ ਹੋਏਗਾ। ਇਹ ਗੱਲ ਕਾਨ ਸਿੰਘ ਪੰਨੂ ਜੀ ਕਹਿ ਚੁੱਕੇ ਹੈ। ਇਹ ਬੁੱਢਾ ਦਰਿਆ ਟਾਸਕ ਫੋਰਸ ਦੇ ਸਾਡੇ
ਕਰਨਲ ਗਿੱਲ ਸਾਹਿਬ ਕਹਿ ਚੁੱਕੇ ਆ, ਹੋਰ ਐਕਸਪਰਟਸ ਨੂੰ ਜਿਨ੍ਹਾਂ ਨੂੰ ਮਰਜ਼ੀ ਪੁੱਛ ਲਓ, ਇਹ ਈਟੀਪੀ ਪਲਾਂਟਸ ਕਾਮਯਾਬ ਕਰਨੇ ਪੋਸੀਬਲ ਨਹੀਂ ਹੈਗੇ, ਕਿਉਂਕਿ ਇਹਦੇ ਵਿੱਚ ਅਜ਼ੰਪਸ਼ਨਸ ਹੀ ਗਲਤ ਨੇ ਕਿ ਗੋਇਆ ਵਿੱਚੋਂ ਕੱਢ ਲਿਆ ਜਾਏਗਾ ਔਰ ਫਿਰ ਰਹਿੰਦਾ ਖੁੰਦਾ ਪਾਣੀ ਇੱਥੇ ਆਏਗਾ, ਜੋ ਕਿ ਪੋਸੀਬਲ ਹੀ ਨਹੀਂ ਹੈ। ਔਰ ਇਹਦੇ ਫੇਲ ਹੋਣ ਨਾਲ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹਦੇ ਤੇ ਸਾਰੇ ਦੁਨੀਆ ਦੀ ਅੱਖ ਹੈ, ਮੈਂ ਕਹੂੰਗਾ ਇਕੱਲੇ ਪੰਜਾਬ ਦੀ ਨਹੀਂ, ਪੰਜਾਬ ਵਾਸੀ ਜਿੱਥੇ ਵੀ ਪੂਰੇ ਬੈਠੇ ਆ ਉਹ ਦੇਖ ਰਹੇ ਆ, ਤੇ ਇਹ ਇੱਕ ਵੱਡਾ ਫਲॉप ਹੋਏਗਾ ਜਿਹਦੇ ਵਿੱਚ ਭਗਵੰਤ ਮਾਨ ਜੀ ਦੀ ਇਮੇਜ ਨੂੰ, ਸਾਡੇ ਮਾਨਯੋਗ ਰਾਜ ਸਭਾ ਦੇ ਮੈਂਬਰ ਬਾਬਾ ਸੀਚੇਵਾਲ ਜੀ ਦੀ ਇਮੇਜ ਨੂੰ, ਸਾਰਿਆਂ ਨੂੰ ਨੁਕਸਾਨ ਹੋਏਗਾ। ਤੇ ਇਸ ਕਰਕੇ ਪੀਏਸੀ ਵੱਲੋਂ ਅਸੀਂ ਇਹਦਾ ਪੂਰੇ ਜ਼ੋਰ ਨਾਲ ਵਿਰੋਧ ਕਰਦੇ ਹਾਂ, ਮਹੱਲਾ ਨਿਵਾਸੀ ਵਿਰੋਧ ਕਰ ਰਹੇ ਆ, ਸਾਡੇ ਨਾਲ ਹੋਰ ਆਰਗੇਨਾਈਜੇਸ਼ਨਸ ਹੈਗੀਆਂ, ਵਿਸਲ ਬਲੋਅਰ ਐਸੋਸੀਏਸ਼ਨ ਹੈਗੀ, ਇਹ ਵਿਰੋਧ ਕਰ ਰਹੇ ਆ। ਸੋ ਸਾਡੀ ਬੇਨਤੀ ਹੈ ਭਗਵੰਤ ਮਾਨ ਜੀ ਨੂੰ ਕਿ ਅਸੀਂ ਮਜ਼ਾਕ ਨਹੀਂ ਕਰ ਰਹੇ, ਬੜਾ ਸੀਰੀਅਸ ਗੱਲ ਤੁਹਾਨੂੰ ਕਹਿ ਰਹੇ ਹਾਂ ਕਿ ਅਫਸਰ ਜਿਹੜੇ ਆ ਉਹਨਾਂ ਨੂੰ ਨਹੀਂ ਇਹ ਗੱਲਾਂ ਪਤਾ ਹੈਗੀਆਂ, ਤੁਸੀਂ ਇੰਡੀਪੈਂਡੈਂਟ ਐਕਸਪਰਟਸ ਨਾਲ ਸਲਾਹ ਕਰ ਲਓ, ਤੁਹਾਡਾ ਆਪਣਾ ਪ੍ਰੋਜੈਕਟ ਫੇਲ ਹੋਣ ਜਾ ਰਿਹਾ ਜੀ। ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਇਹ ਪ੍ਰੋਜੈਕਟ ਜਿਹੜਾ ਹੈ ਫੇਲ ਹੋ ਰਿਹਾ ਤੇ ਮਹੱਲਾ ਨਿਵਾਸੀਆਂ ਵੱਲੋਂ ਵੀ ਨਾਲ ਇਹਦਾ ਜਿਹੜਾ ਈਟੀਬੀ ਪਲਾਂਟ ਦਾ ਵਿਰੋਧ ਹੈ। ਹੁਣ ਅਸੀਂ ਇੱਕ ਜਿਹੜੀ ਐਨਜੀਓ ਹੈ ਵਿਸਲ ਬਲੋਅਰ, ਕੀ ਪੂਰਾ ਐਨਜੀਓ ਦਾ ਕੀ ਨਾਮ ਹੈ ਜੀ? ਚੇਂਜ ਮੇਕਰ ਵਿਸਲ ਬਲੋਅਰ ਐਸੋਸੀਏਸ਼ਨ ਜੀ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਸਨੀ ਭਾਰਤੀ ਹੈ, ਮੈਂ ਵਾਈਸ ਪ੍ਰੈਜ਼ੀਡੈਂਟ ਹਾਂ। ਸਨੀ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਸਰ ਮੈਂ ਇਹ ਕਹਿਣਾ ਚਾਹੂੰਗਾ ਜੀ, ਜਿਹੜਾ ਆਪਣਾ ਬੁੱਢੇ ਦਰਿਆ ਦਾ ਪ੍ਰੋਜੈਕਟ ਹੈ, ਇਹਨੂੰ ਇਹਨਾਂ ਨੇ ਪੂਰੀ ਤਰ੍ਹਾਂ ਖਾਰਿਜ ਕਰਨ ਦੀ ਸੋਚ ਲਈ ਹੈ ਮਨ ਦੇ ਵਿੱਚ। ਪਹਿਲਾਂ ਜੇ ਆਪਾਂ ਇੱਕ ਧਾਰਮਿਕ ਵਿਚਾਰਾਂ ਦੇ ਨਾਲ ਵੀ ਚੱਲੀਏ ਤੇ ਇਹ ਉਹ ਬੁੱਢਾ ਦਰਿਆ ਵਾ ਜਿੱਥੇ ਬਾਬਾ ਨਾਨਕ ਜੀ ਨੇ ਪਾਣੀ ਪੀਤਾ ਹੋਇਆ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਮੱਤੇਵਾੜੇ ਦੇ ਜੰਗਲਾਂ 'ਚ ਗਏ ਸੀ ਤੇ ਉੱਥੇ ਹੀ ਘੋੜਾ ਬੰਨਿਆ ਤੇ ਇੱਥੇ ਹੀ ਪਾਣੀ ਪੀਤਾ। ਜੇ ਗੱਲ ਕਰਾਂ ਮੈਂ ਸਤਲੁਜ ਦੀ, ਤੇ ਸਤਲੁਜ ਮਾਨਸਰੋਵਰ ਤੋਂ ਨਿਕਲਦਾ ਆ ਰਿਹਾ, ਉਹ ਵੀ ਇੱਕ ਧਾਰਮਿਕ ਨਦੀ ਆ ਰਹੀ ਹੈ। ਆਪਾਂ ਗੱਲਾਂ ਕਰਦੇ ਹਾਂ ਹਰ ਧਰਮ ਦੇ ਵਿੱਚ ਵੀ ਮੇਰਾ ਧਰਮ ਮਹਾਨ, ਮੇਰਾ ਧਰਮ ਮਹਾਨ, ਪਰ ਜੇ ਗੱਲ ਕਰੀਏ ਹੁਣ ਉਸ ਪੁਰਾਤਨ ਨੂੰ ਸੰਭਾਲਣ ਦੀ ਤੇ ਕੋਈ ਵੀ ਅੱਗੇ ਨਹੀਂ ਆ ਰਿਹਾ ਹੈ। ਜੇ ਅਸੀਂ ਛੋਟੀ ਜਿਹੀ ਇੱਕ ਕੋਸ਼ਿਸ਼ ਕੀਤੀ ਆ ਮਹੱਲਾ ਨਿਵਾਸੀਆਂ ਨਾਲ ਮਿਲ ਕੇ, ਤੇ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਵੀ ਇਹ ਤੁਸੀਂ ਗਲਤ ਕਰ ਰਹੇ ਹੋ, ਤੁਸੀਂ ਪਬਲਿਕ ਦਾ ਹੀ ਵਿਰੋਧ ਕਰ ਰਹੇ ਹੋ ਕਿ ਇਹਦੇ ਨਾਲ ਜਿਹੜਾ ਸਾਊਥ ਏਰੀਆ ਦੇ ਵਿੱਚ ਜਿਹੜਾ ਪਾਣੀ ਗੰਦਾ ਹੋ ਕੇ ਜਾ ਰਿਹਾ, ਕਹਿੰਦੇ ਵੀ ਡੈਰੀਆਂ ਦਾ ਪਾਣੀ ਜੇ ਬੰਦ ਹੋ ਗਿਆ ਸਾਫ਼ ਜਾ ਕੇ ਚੱਲ ਜਾਏਗਾ। ਪਰ ਮੈਂ ਉਹਨਾਂ ਨੂੰ ਇੱਕ ਕੁਐਸਚਨ ਕਰਨਾ ਚਾਹੁੰਦਾ ਵੀ ਡੈਰੀਆਂ ਤਾਂ ਆਪਾਂ ਕਿਤੇ ਹੋਰ ਸ਼ਿਫਟ ਕਰਕੇ ਉਹਨੂੰ ਇੱਕ ਗਊ ਧਨ ਜਿਹਨੂੰ ਕਿਹਾ ਜਾਂਦਾ, ਬੀਜੇਪੀ ਸਰਕਾਰ ਹਰ ਤਰ੍ਹਾਂ ਸਪੋਰਟ ਕਰਦੀ, ਗਊ ਨੂੰ ਬਹੁਤ ਮਹੱਤਵ ਦਿੰਦੀ ਹੈ, ਇਨਸਾਨੀ ਹੋਣ ਦੇ ਨਾਤੇ ਅਸੀਂ ਸਾਰੇ ਮਹੱਤਵ ਦਿੰਦੇ ਆ ਵੀ ਉਹਨਾਂ ਤੋਂ ਬਹੁਤ ਕੁਝ ਬਣਾਇਆ ਜਾ ਸਕਦਾ, ਗਊ ਧਨ ਤੋਂ એનર્ਜੀ ਪ੍ਰੋਸੈਸ ਕੀਤੀ ਜਾ ਸਕਦੀ। ਅਸੀਂ ਇੱਕ ਪਲਾਨ ਵੀ ਦਿੱਤਾ ਸੀ ਜਦੋਂ ਗਵਰਨਮੈਂਟ ਆਈ, 10 ਦਿਨਾਂ ਦੇ ਅੰਦਰ ਅੰਦਰ ਅਸੀਂ ਪਲਾਨ ਦਿੱਤਾ ਸੀ ਵੀ ਕਿਵੇਂ ਤੁਸੀਂ ਆਪਾਂ ਇਹਦੇ ਤੋਂ ਗਊ ਧਨ ਤੋਂ ਆਪਾਂ ਇੱਕ ਇਕਨੋਮਿਕਲ ਸੋਰਸ ਬਣਾ ਸਕਦੇ ਹਾਂ। ਉਦੋਂ ਸਾਨੂੰ ਇਹਨਾਂ ਨੇ ਬਿਆਨ ਦਿੱਤਾ ਜੀ ਵੀ ਤੁਸੀਂ ਬਹੁਤ ਜਲਦੀ ਆ ਗਏ, ਤੇ ਬਹੁਤ ਜਲਦੀ ਦਾ ਨਤੀਜਾ ਇਹ ਮਿਲਿਆ ਵੀ ਇੱਥੇ ਇਹਨਾਂ ਨੇ ਈਟੀਪੀ ਪਲਾਂਟ ਬਣਾਤਾ ਔਨ ਦਾ ਨੇਮ ਆਫ ਵੀ ਡੈਰੀਆਂ ਕਰਕੇ। ਡੈਰੀਆਂ ਵਾਲਿਆਂ ਨਾਲ ਕੁਛ ਨਾ ਗੱਲ ਹੋਈ ਤੇ 90% ਬੰਦੇ ਇਹ ਚਾਹੁੰਦੇ ਆ ਵੀ ਅਸੀਂ ਇੱਥੋਂ ਸ਼ਿਫਟ ਹੋ ਜਾਈਏ, ਕਿਉਂਕਿ ਉਹਨਾਂ ਨੂੰ ਵੀ ਇੱਥੇ ਬਹੁਤ ਪ੍ਰੋਬਲਮਸ ਨੇ, ਠੀਕ ਹੈ। ਤੇ ਪਰ ਗਵਰਨਮੈਂਟ ਉਹਨਾਂ ਦੀ ਸੁਣ ਨਹੀਂ ਰਹੀ, ਜੋ ਉਹਨਾਂ ਦੀ ਮੰਗਾਂ ਨੇ ਉਹ ਪੂਰੀਆਂ ਨਹੀਂ ਕਰ ਰਹੀ। 1973 ਦੇ ਵਿੱਚ ਜੋ ਇਹਨਾਂ ਨੇ ਇਹਨਾਂ ਨਾਲ ਐਕਟ ਸਾਈਨ ਕੀਤਾ ਸੀ, ਜੋ ਇਹਨਾਂ ਨੂੰ ਪ੍ਰੋਵੀਜ਼ਨਾਂ ਦਿੱਤੀਆਂ ਸੀ, ਨਾ ਤਾਂ ਉਹ ਪ੍ਰੋਵੀਜ਼ਨਾਂ ਦਿੱਤੀਆਂ ਡੈਰੀਆਂ ਵਾਲਿਆਂ ਨੂੰ, ਜਿਨ੍ਹਾਂ ਦੇ ਕਾਰਨ ਉਹ ਆਪਣਾ ਡੈਰੀ ਵੇਸਟ ਸਿੱਧਾ ਖੁੱਲੇ ਤੇ ਸਿੱਟਣ ਲੱਪੇ, ਜਾਂ ਜੇ ਦੂਸਰੇ ਇਲਾਕੇ ਤੇ ਉਹ ਸੀਵਰੇਜ 'ਚ ਸਿੱਟਣ ਲੱਪੇ, ਤੇ ਉਹਦਾ ਦੋਸ਼ ਵੀ ਉਹਨਾਂ ਡੈਰੀਆਂ ਵਾਲਿਆਂ ਦੇ ਉੱਤੇ ਲਾ ਦਿੱਤਾ ਗਿਆ। ਇੱਕ ਆਪਾਂ ਹੁਣ ਕਾਓ ਸੈਸ ਲੈ ਕੇ ਚੱਲਦੇ ਆਂ ਵੀ ਹਰ ਸਾਲਾਨਾ ਆਪਣੇ ਪੰਜਾਬ ਦੇ ਉੱਤੇ ਲੱਗ ਰਿਹਾ, ਉਹ ਕਾਓ ਸੈਸ ਵੀ ਇਹ ਅੰਦਰ ਖਾਤੇ ਖਾ ਰਹੇ ਆ। ਉਹ ਗਊਆਂ ਕਿਉਂ ਛੱਡ ਰਹੇ ਨੇ? ਜੇ ਡੈਰੀਆਂ ਵਾਲੇ ਦੀ ਗੱਲ ਕਰੀਏ, ਇਸ ਇਲਾਕੇ ਦੇ ਵਿੱਚ ਡੈਰੀਆਂ ਵਾਲੇ ਗਊਆਂ 'ਚ ਛੱਡ ਰਹੇ, ਉਹ ਕਿਉਂ ਛੱਡ ਰਹੇ ਨੇ? ਉਹਦਾ ਕਾਰਨ ਇਹ ਹੈ ਵੀ ਉਹਨਾਂ ਨੂੰ ਉਹਦਾ ਪ੍ਰੋਪਰ ਰੱਖਣ ਵਾਸਤੇ ਕੋਈ ਫੈਸਿਲਿਟੀ ਨਹੀਂ ਮਿਲ ਰਹੀ, ਉਹ ਕਾਓ ਸੈਸ ਉਹਨਾਂ ਨੂੰ ਨਹੀਂ ਮਿਲ ਰਿਹਾ, ਤੇ ਡੈਰੀਆਂ ਵਾਸਤੇ ਜਿਹੜਾ ਗੋਬਰ ਨਿਕਾਲਣ ਜਿਹੜਾ ਚੱਕਣ ਦੀ ਪ੍ਰੋਵੀਜ਼ਨ ਸੀ ਉਹ ਸਰਕਾਰ ਨੇ ਉਹਨਾਂ ਨੂੰ ਮੁਹੱਈਆ ਨਹੀਂ ਕਰਾਈ, ਜਿਹਦੇ ਕਰਕੇ ਉਹਨਾਂ ਨੂੰ ਹੀ ਗਲਤ ਕਰਾ ਦਿੱਤਾ। ਜਿਵੇਂ ਤੁਸੀਂ ਸਾਰਿਆਂ ਨੇ ਦੱਸਿਆ, ਪੀਏਸੀ ਨੇ ਵੀ ਦੱਸਿਆ ਵੀ ਇੱਕ ਬੜੀ ਧਾਂਦਲੀ ਦੇ ਤੌਰ ਦੇ ਉੱਤੇ ਸਾਰਾ ਕੁਝ ਕੀਤਾ ਜਾਂਦਾ, ਕਿਉਂਕਿ ਪ੍ਰੋਪਰ ਪ੍ਰੋਵੀਜ਼ਨ ਆਪਾਂ ਦਿੰਦੇ ਹੀ ਨਹੀਂ ਪਬਲਿਕ ਨੂੰ ਵੀ ਤੁਸੀਂ ਇਸ ਤਰੀਕੇ ਨਾਲ ਇਹਨੂੰ ਸੋਲਵ ਕਰ ਸਕੋ, ਤੇ ਉਸੇ ਦਾ ਠੀਕਰਾ ਆਪਾਂ ਜਨਤਾ ਦੇ ਮਾਰ ਕੇ ਜਨਤਾ ਨੂੰ ਵੀ ਗਲਤ ਕਰ ਦਿੰਦੇ, ਜਨਤਾ ਦੇ ਖਿਲਾਫ ਕਿ ਤੁਸੀਂ ਹੀ ਗੰਦ ਪਾ ਰਹੇ ਹੋ, ਜਦਕਿ ਇਹਦੀ ਸਾਰੀ ਗਲਤੀ ਕਾਰਪੋਰੇਸ਼ਨ ਦੀ ਬਣਦੀ ਹੈ, ਸਾਰੀ ਗਲਤੀ ਮੌਜੂਦਾ ਸਰਕਾਰ ਜਿਹੜੀਆਂ ਪਹਿਲੀਆਂ ਸਰਕਾਰਾਂ ਉਹਨਾਂ ਦੀਆਂ ਬਣਦੀਆਂ ਹੈ। ਜੇ ਮੈਂ 2018 ਦੀ ਗੱਲ ਕਰਾਂ ਤੇ 550 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਨੇ ਮਿਲ ਕੇ ਬੁੱਢੇ ਦਰਿਆ ਨੂੰ ਸਾਫ਼ ਕਰਨ ਦੇ ਉੱਤੇ ਖਰਚ ਦਿੱਤਾ। 1 ਕਰੋੜ ਰੁਪਇਆ ਸਾਲਾਨਾ ਬੁੱਢੇ ਦਰਿਆ ਨੂੰ ਸਾਫ਼ ਹੋਣ ਦੇ ਉੱਤੇ ਖਰਚਿਆ ਜਾ ਰਿਹਾ ਹੈ, ਪਰ ਉਹ ਆਪਾਂ ਨੂੰ ਅਜੇ ਤੱਕ ਕਾਗਜ਼ਾਂ 'ਚ ਹੀ ਮਿਲਣ ਤੇ ਆ ਰਿਹਾ, ਪਰ ਪ੍ਰੈਕਟੀਕਲ ਔਨ ਗਰਾਊਂਡ ਆਪਾਂ ਨੂੰ ਕਿਤੇ ਪਤਾ ਨਹੀਂ ਲੱਗ ਰਿਹਾ ਉਹ ਪੈਸਾ ਕਿੱਥੇ ਗਿਆ। ਹੁਣ ਜਿਵੇਂ 840 ਕਰੋੜ ਦਾ ਪ੍ਰੋਜੈਕਟ ਇਹਨਾਂ ਨੇ ਸ਼ੁਰੂ ਕਰ ਦਿੱਤਾ ਹੈ, 840 ਕਰੋੜ ਦਾ ਪ੍ਰੋਜੈਕਟ ਜੇ ਇਹ ਵਾਅਦਾ ਕਰ ਦੇਣ, ਇੱਕ ਮੈਮੋਰੈਂਡਮ ਦੇ ਦੇਣ ਪਬਲਿਕ ਨੂੰ ਵੀ 800 ਇਸ ਈਟੀਪੀ ਪਲਾਂਟ ਦੇ ਨਾਲ ਬੁੱਢਾ ਦਰਿਆ ਪਿਓਰ ਵਾਈਟ ਵਾਟਰ ਆ ਜਾਏਗਾ, ਇੱਥੇ ਕੋਈ ਪ੍ਰਦੂਸ਼ਣ ਨਹੀਂ ਹੋਏਗਾ, ਅਸੀਂ ਸਾਰੇ ਮੁਹੱਲਾ ਨਿਵਾਸੀ ਬੜੀ ਖੁਸ਼ੀ ਦੇ ਨਾਲ ਉਹਨਾਂ ਨੂੰ ਲਿਖ ਕੇ ਦਿੰਦੇ ਆ। ਪਰ ਜੇ ਪ੍ਰੋਬਲਮ ਆ ਗਈ ਤੇ ਉਹ 840 ਕਰੋੜ ਮੌਜੂਦਾ ਸਰਕਾਰ ਦੇ ਪਰਸਨਲ ਖਾਤਿਆਂ 'ਚੋਂ, ਪਰਸਨਲ ਜਿਹੜੇ ਮਿਨਿਸਟਰਸ ਨੇ ਉਹਨਾਂ ਦੇ ਖਾਤਿਆਂ 'ਚੋਂ, ਕਾਰਪੋਰੇਸ਼ਨ ਜਾਂ ਜਿਹੜਾ ਵੀ ਡਿਪਾਰਟਮੈਂਟ ਕੰਮ ਕਰ ਰਿਹਾ ਉਹਨਾਂ ਦੀ ਪਰਸਨਲ ਇਨਕਮਸ ਦੇ ਵਿੱਚੋਂ ਕੱਟਿਆ ਜਾਵੇ, ਤੇ ਅਸੀਂ ਸਾਰੇ ਉਹਦਾ ਸਹਿਯੋਗ ਕਰਦੇ ਹਾਂ। ਜੇ ਉਹ ਨਹੀਂ ਕਰ ਸਕਦੇ ਪਲੀਜ਼ ਇਹਨੂੰ ਬੰਦ ਕੀਤਾ ਜਾਵੇ ਤੇ ਡੈਰੀਆਂ ਨੂੰ ਸ਼ਿਫਟ ਕੀਤਾ ਜਾਵੇ, ਤੇ ਡੈਰੀਆਂ ਵਾਲੇ ਵੀ ਇਹਦਾ ਸਮਰਥਨ ਕਰਦੇ ਨੇ। ਦੇ ਮੈਂਬਰ ਜੋ ਪਹੁੰਚੇ ਨੇ ਇੱਥੇ ਸਪੈਸ਼ਲ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੇ ਪਬਲਿਕ ਨੂੰ ਥੋੜਾ ਜਿਹਾ ਪਬਲਿਕ ਐਕਸ਼ਨ ਕਮੇਟੀ ਬਾਰੇ ਮੈਂ ਦੱਸਣਾ ਚਾਹੂੰਗਾ। ਇਹ ਉਹੀ ਕਮੇਟੀ ਹੈ ਜਿਹਨੇ ਆਪਣੇ ਪੰਜਾਬ ਦਾ ਬਹੁਤ ਵੱਡਾ এনवायरमेंट ਦਾ ਹਿੱਸਾ ਬਚਾਇਆ, ਮੱਤੇਵਾੜਾ ਜੰਗਲ ਨੂੰ ਉਜੜਨ ਤੋਂ ਬਚਾਇਆ, ਜਿਹੜਾ ਲੇਟੈਸਟ ਹੀ ਹੁਣ ਪਿਛਲੇ ਮਹੀਨੇ ਹੀ ਇਹ ਜਿੱਤ ਪ੍ਰਾਪਤ ਕਰਕੇ ਹਟੇ ਨੇ।
ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਵੀ ਮੁਹੱਲੇ ਵਾਲਿਆਂ ਦੀ ਗੱਲ ਸੁਣ ਕੇ ਤੇ ਇੱਕ ਸਹੀ ਏਜੰਡਾ ਹੈ, ਕਿਉਂਕਿ ਇਹਨਾਂ ਦੇ ਆਉਣ ਨਾਲ ਸਾਨੂੰ ਇਹ ਹੋ ਗਿਆ ਵੀ ਅਸੀਂ ਕਿਸੇ ਗਲਤ ਟਰੈਕ ਤੇ ਨਹੀਂ ਚੱਲੇ ਹੋਏ। ਅਸੀਂ ਸੀਐਮ ਵਿਸਲ ਬਲੋਰ ਐਸੋਸੀਏਸ਼ਨ, ਕਪਿਲ ਪਾਰਕ ਦੇ ਇਲਾਕਾ ਨਿਵਾਸੀ ਤੇ ਜੋ ਹੋਰ ਵੀ ਇਲਾਕੇ ਦੇ ਇਲਾਕਾ ਨਿਵਾਸੀ ਸਾਡੀ ਸਪੋਰਟ ਕਰ ਰਹੇ ਨੇ ਵੀ ਅਸੀਂ ਸਹੀ ਕੰਮ ਕਰ ਰਹੇ ਹਾਂ। ਇਹਨਾਂ ਦੇ ਆਉਣ ਨਾਲ ਉਹ ਗੱਲ ਪੂਰੀ 100% ਸੱਚ ਹੋ ਜਾਂਦੀ ਹੈ, ਕਿਉਂਕਿ ਇਹਨਾਂ ਦਾ ਇੱਕ ਆਪਣਾ ਨੇਮ ਹੈ ਇੱਕ এনवायरमेंट ਨੂੰ ਬਚਾਉਣ ਦੇ ਵਿੱਚ, ਤੇ ਅਸੀਂ ਧੰਨਵਾਦੀ ਇਹਨਾਂ ਸਾਰੀ ਟੀਮ ਦਾ ਤੇ ਮਹੱਲੇ ਵੱਲੋਂ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ। ਹੁਣ ਬਾਕੀ ਜੇ ਆਪਾਂ ਗੱਲ ਕਰੀਏ ਈਟੀਪੀ ਪਲਾਂਟ ਦੀ, ਆਪਾਂ ਜਿਹੜੇ ਲੋਕ ਤਾਂ ਰੈਗੂਲਰ ਇੱਥੇ ਆ ਰਹੇ ਨੇ ਜਾਂ ਸਾਡਾ ਸਮਰਥਨ ਕਰ ਰਹੇ ਨੇ, ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਤੇ ਮੈਂ ਇੱਕ ਅਪੀਲ ਕਰਨਾ ਚਾਹੂੰਗਾ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਹਜੇ ਇਸ ਸਮੱਸਿਆ ਨੂੰ ਸਮੱਸਿਆ ਹੀ ਨਹੀਂ ਸਮਝ ਪਾ ਰਹੇ, ਕਿਉਂਕਿ ਇਹ ਬਹੁਤ ਵੱਡੀ ਸਮੱਸਿਆ ਹੈ। ਜੇ ਤੁਹਾਡਾ ਘਰ ਇਸ ਇਲਾਕੇ ਦੇ 3-4 ਕਿਲੋਮੀਟਰ ਦੇ ਵਿੱਚ ਆਂਦਾ ਹੈ ਤੇ ਪ੍ਰੋਬਲਮ ਤੁਹਾਡੀ ਹੈਗੀ ਹੈ, ਤੇ ਜੇ ਤੁਸੀਂ ਪੰਜਾਬ ਦੇ ਵਾਸੀ ਹੋ ਤੇ ਤਾਂ ਵੀ ਇਹ ਪ੍ਰੋਬਲਮ ਤੁਹਾਡੀ ਹੈਗੀ ਹੈ, ਕਿਉਂਕਿ ਜਿਹੜਾ ਇੱਥੋਂ ਗੰਦ ਨਿਕਲਣਾ ਹੈ ਨਾ ਉਹ ਖੇਤਾਂ 'ਚ ਜਾਣਾ ਹੈ, ਤੇ ਖੇਤਾਂ ਦੀ ਕਣਕ ਜਾਂ ਖੇਤਾਂ ਦੇ ਵਿੱਚ ਉੱਗੀ ਹੋਈ ਫਸਲ ਉਹ ਕਿਸੇ ਦੇ ਵੀ ਘਰ ਆ ਸਕਦੀ ਹੈ, ਉਸ ਮਿਨਿਸਟਰ ਦੇ ਘਰ ਵੀ ਆ ਸਕਦੀ ਹੈ ਜਿਹੜਾ ਮਿਨਿਸਟਰ ਇਸ ਨੂੰ ਬਣਾਉਣ ਦੇ ਵਿੱਚ ਬੜਾ ਹੀ ਤੱਤਾ ਹੋਇਆ ਪਿਆ ਵੀ ਇਹਨੂੰ ਬਣਾਉਣਾ ਹੀ ਬਣਾਉਣਾ ਹੈ, ਕਿਉਂਕਿ ਕੁਝ ਉਹਦੇ ਪਰਸਨਲ ਏਜੰਡੇ ਵੀ ਹੋ ਸਕਦੇ ਨੇ। ਕਿਉਂ ਈਟੀਪੀ ਬਣਾਉਣਾ ਚਾਹੁੰਦੇ ਆ? ਜਦੋਂ ਇਹਨਾਂ ਨੂੰ ਇਹ ਕੁਐਸਚਨ ਕੀਤਾ ਗਿਆ ਇਹਨਾਂ ਦੇ ਘਰ ਜਾ ਕੇ, ਇਹਨਾਂ ਦੇ ਇੰਜੀਨੀਅਰ ਸਾਹਿਬ ਐਸੀ ਗਰਗ ਜੀ ਦੇ ਨਾਲ ਜਦੋਂ ਕੁਐਸਚਨ ਕੀਤਾ ਗਿਆ, ਇਹਨਾਂ ਦੇ ਐਕਸੀਆਂ ਉੱਥੇ ਮਨਜ਼ੂਰ ਸੀਗੇ, ਤੇ ਜੋ ਐਗਜ਼ੀਕਿਊਟਿਵ ਇੰਜੀਨੀਅਰ ਹੈ ਉਹ ਤਾਂ ਇਸ ਟੌਪਿਕ ਤੇ ਕੋਈ ਗੱਲ ਨਹੀਂ ਕਰ ਪਾ ਰਹੇ ਜਾਂ ਉਹ ਬਿਆਨ ਨਹੀਂ ਦਿੰਦੇ, ਕਿਉਂਕਿ ਉਹ ਇਹੀ ਕਹਿੰਦੇ ਆ ਵੀ ਕਿਉਂਕਿ ਸਾਨੂੰ ਪਿੱਛੋਂ ਪਰਮਿਸ਼ਨ ਅਸੀਂ ਇਸ ਕਰਕੇ ਬਣਾਵਾਂਗੇ। ਪਰ ਇੱਕ ਇੰਜੀਨੀਅਰ ਸਾਹਿਬ ਨੇ ਇੱਕ ਇਨਸਾਨੀਅਤ ਦੇ ਨਾਂ ਤੇ ਮੈਂ ਇੱਕ ਰਿਕੁਐਸਟ ਕਰਨਾ ਚਾਹੂੰਗਾ, ਜੇ ਮੇਰੀ ਆਵਾਜ਼ ਉਹਨਾਂ ਤੱਕ ਪਹੁੰਚ ਜਾਏਗੀ, ਵੀ ਇੱਕ ਇਨਸਾਨ ਹੋਣ ਦੇ ਨਾਤੇ ਤੁਹਾਡਾ ਇਹ ਵੀ ਫਰਜ਼ ਬਣਦਾ ਹੈ ਜੇ ਕੋਈ ਗਲਤ ਹੋ ਰਿਹਾ ਤੁਸੀਂ ਇੰਜੀਨੀਅਰ ਹੋਣ ਦੇ ਨਾਤੇ ਦੱਸੋ ਵੀ ਸਰ ਇਹ ਕੰਮ ਨਹੀਂ ਹੋ ਸਕਦਾ। ਮੈਂ ਉਸ ਖਿਲਾੜੀ ਇਨਫਰਾਸਟ੍ਰਕਚਰ ਨੂੰ ਵੀ ਕਹਿਣਾ ਚਾਹੂੰਗਾ ਜਿਹਨੇ ਕੋਲ ਇਹ ਪ੍ਰੋਜੈਕਟ ਹੈ ਵੀ ਭਾਈ ਇਨਸਾਨ ਹੋਣ ਦੇ ਨਾਤੇ ਤੁਸੀਂ ਕੀ ਦੱਸੋ ਵੀ ਇਹ ਕੰਮ ਹੋ ਸਕਦਾ ਹੈ। ਕੀ ਤੁਹਾਨੂੰ ਇਹਦੇ ਵਿੱਚੋਂ 200-400 ਕਰੋੜ ਜਾਂ 100 ਕਰੋੜ ਜਾਂ 50 ਕਰੋੜ ਜਾਂ 1 ਕਰੋੜ ਜਾਂ ਕੋਈ 1 ਰੁਪਈਆ ਵੀ ਬਚ ਰਿਹਾ ਜੇ ਤੁਸੀਂ ਉਸੇ ਹੱਕ ਨਾਲ ਇਹ ਬਣਾ ਰਹੇ ਹੋ, ਤੇ ਇਨਸਾਨ ਹੋਣ ਦੇ ਨਾਤੇ ਤੁਸੀਂ ਉਸ ਉੱਪਰ ਵਾਲੇ ਨੂੰ ਵੀ ਜਵਾਬ ਦੇਣਾ, ਤੁਸੀਂ ਆਪਣੇ ਬੱਚਿਆਂ ਨੂੰ ਵੀ ਜਵਾਬ ਦੇਣਾ, ਕਿਉਂਕਿ ਜਦੋਂ ਕੋਈ ਸੜਕ ਬਣਦੀ ਜਾਂ ਕੋਈ ਹਾਦਸਾ ਹੁੰਦਾ ਨਾ ਉਹ ਹਾਦਸਾ ਦੇਖ ਕੇ ਨਹੀਂ ਹੁੰਦਾ ਵੀ ਇੱਥੋਂ ਮਿਨਿਸਟਰ ਲੰਘਣ ਲੱਗਿਆ ਜਾਂ ਇੱਥੋਂ ਕੋਈ ਇੱਕ ਆਮ ਬੰਦਾ ਲੰਘਣ ਲੱਗਿਆ, ਉਹ ਹਰ ਇੱਕ ਨਾਲ ਹੋ ਸਕਦਾ ਤੇ ਉਹ ਤੁਹਾਡੇ ਘਰ ਵੀ ਬਿਮਾਰੀ ਆ ਸਕਦੀ ਹੈ। ਇੱਥੇ ਜਿਹੜੇ ਲੋਕ ਜਿਹੜੇ ਕਹਿੰਦੇ ਵੀ ਅਸੀਂ ਮੂਰਖਾਂ ਜਾਂ ਅਸੀਂ ਇਹ ਗਲਤ ਕਰ ਰਹੇ ਹਾਂ, ਇਹ ਸਰਕਾਰ ਬਣਾ ਕੇ ਹੀ ਹਟੇਗੀ, ਤੇ ਪੀਏਸੀ ਕਮੇਟੀ ਉਹਦੀ ਜੀਤੀ ਜਾਗ ਦੀ ਐਗਜ਼ਾਮਪਲ ਆ। 2 ਸਾਲ ਪਹਿਲਾਂ 7 ਬੰਦਿਆਂ ਦੀ ਟੀਮ ਸੀ ਤੇ ਅੱਜ ਅੱਧਾ ਪੰਜਾਬ ਇਹਨਾਂ ਦੇ ਨਾਲ ਖੜਾ, ਤੇ ਜੇ ਆਪਾਂ ਵੀ ਸਾਰੇ ਮਿਲ ਕੇ ਅੱਜ ਆਪਾਂ ਤਾਂ ਇੱਕ ਮਹੱਲਾ ਪੂਰਾ ਖੜੇ ਹੋਏ ਆ, ਆਪਣੇ ਨਾਲ ਵੀ ਪੂਰਾ ਪੰਜਾਬ ਤੇ ਅੱਜ ਅੱਧਾ ਪੰਜਾਬ ਕਿੰਨੀ ਤਾਕਤ ਪੀਏਸੀ ਕਮੇਟੀ ਆਪਣੇ ਨਾਲ ਜੁੜ ਗਈ ਹੈ। ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ, ਜਿਹੜੇ ਲੋਕ ਤੁਹਾਡੀ ਗੱਲ ਨੂੰ ਸਮਝ ਨਹੀਂ ਪਾ ਰਹੇ ਉਹਨਾਂ ਨੂੰ ਤਰੀਕੇ ਨਾਲ ਸਮਝਾਉਣਾ ਪਏਗਾ ਵੀ ਇਹ ਕੀ ਹੋ ਰਿਹਾ, ਕਿਉਂਕਿ ਜਦੋਂ ਇਹ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਕਹੀਏ ਵੀ ਇਹਨੂੰ ਬੰਦ ਕਰੋ, ਇਹਨੂੰ ਬੰਦ ਕਰੋ, ਉਦੋਂ ਪੈਸਾ ਆਪਣਾ ਹੀ ਬਰਬਾਦ ਹੋਇਆ ਹੋਏਗਾ। ਜਿਹੜੀ ਮਹਿੰਗਾਈ ਵੱਧ ਰਹੀ ਉਹ ਇਹਨਾਂ ਕਾਰਨਾਂ ਕਰਕੇ ਵੱਧ ਰਹੀ ਹੈ ਵੀ ਜਦੋਂ ਆਪਣਾ ਪੈਸਾ ਕਿਸੇ ਗਲਤ ਜਗ੍ਹਾ ਤੇ ਲੱਗ ਜਾਂਦਾ ਉਹ ਖਰਚ ਹੋ ਜਾਂਦਾ ਹੈ, ਫਿਰ ਉਹਨੂੰ ਬੰਦ ਕਰਨ ਲਈ ਇੱਕ ਅਲੱਗ ਤੋਂ ਪੈਸਾ ਚਾਹੀਦਾ ਹੈ, ਤੇ ਉਹ ਪੈਸਾ ਤੁਹਾਡੇ ਆਟੇ ਦੇ ਭਾਅ ਤੇ, ਤੁਹਾਡੇ ਘਿਓ ਦੇ ਭਾਅ ਤੇ, ਤੁਹਾਡੇ ਬੱਚਿਆਂ ਦੀ ਫੀਸਾਂ ਦੇ ਨਾਂ ਤੇ, ਤੁਹਾਡੇ ਪੈਟਰੋਲ ਦੇ ਖਰਚੇ ਦੇ ਵਿੱਚ ਪੈ ਕੇ ਤੁਹਾਡੇ ਤੇ ਹੀ ਲੱਗਦਾ ਹੈ। ਆਪਾਂ ਕਹਿੰਦੇ ਇਹ ਸਰਕਾਰੀ ਜਗ੍ਹਾ ਜੀ ਮੈਂ ਕੀ ਲੈਣਾ, ਉਹ ਸਰਕਾਰੀ ਜਗ੍ਹਾ ਤੁਹਾਡੀ ਹੈ। ਸਰਕਾਰ ਮੀਨਸ ਤੁਸੀਂ ਹੋ, ਸਰਕਾਰ ਨੂੰ ਹਰ 5 ਸਾਲਾਂ ਬਾਅਦ ਤੁਹਾਡੀ ਲੋੜ ਪੈਂਦੀ ਹੈ। ਹੁਣ ਇੱਕ ਜਦੋਂ ਅਸੀਂ ਇਸ ਕੇਸ ਦੇ ਉੱਤੇ ਜਦੋਂ ਕੋਰਟ 'ਚ ਕੇਸ ਲਗਾ, ਵਕੀਲ ਸਾਹਿਬ ਨਾਲ ਮੇਰੀ ਗੱਲ ਹੋਈ ਤੇ ਨਾ ਮੈਂ ਉਹਨਾਂ ਨੂੰ ਕਿਹਾ ਵੀ ਕੀ ਪਬਲਿਕ ਇਹਦਾ ਵਿਰੋਧ ਨਹੀਂ ਕਰ ਸਕਦੀ ਜੋਪਰ ਜੋੜ ਤੇ? ਉਹਨਾਂ ਨੇ ਇਹ ਗੱਲ ਕਹੀ ਕਿਉਂਕਿ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾ ਦਿੱਤਾ ਹੈ, ਤੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਲਿਖਿਆ ਹੋਇਆ ਜਦੋਂ ਕੋਈ ਕੰਸੈਂਟ, ਜਦੋਂ ਇੱਕ ਪਾਰਟੀ ਜਿੱਤ ਜਾਂਦੀ ਹੈ, ਇੱਕ ਬੰਦਾ ਨੁਮਾਇੰਦਾ ਜਿੱਤ ਜਾਂਦਾ, ਉਹਦੇ ਕੋਲ ਹੱਕ ਮਿਲ ਜਾਂਦਾ ਉੱਥੋਂ ਦੇ ਇਲਾਕਾ ਨਿਵਾਸੀਆਂ ਦਾ ਵੀ ਤੁਸੀਂ ਇੱਥੇ ਜੋ ਮਰਜ਼ੀ ਕਰ ਲਓ, ਪਬਲਿਕ ਦੇ ਫਾਇਦੇ ਦਾ ਆਉਣਾ ਚਾਹੀਦਾ। ਅੱਜ ਉਹੀ ਗੱਲ ਉਹ ਉੱਥੇ ਕੋਰਟ ਦੇ ਵਿੱਚ ਕਹਿ ਕੇ ਵੀ ਕਿਉਂਕਿ ਸਾਨੂੰ ਜਨਤਾ ਨੇ ਚੁਣਿਆ ਅਸੀਂ ਜਨਤਾ ਲਈ ਕਰ ਰਹੇ ਹਾਂ, ਤੇ ਕੁਝ ਲੋਕ ਨੇ ਜਦੋਂ ਆਪਾਂ ਇਕੱਠੇ ਹੋਵਾਂਗੇ ਤਾਂ ਪੂਰੀ ਜਨਤਾ ਹੋ ਜਾਵਾਂਗੇ, ਜਦੋਂ ਕੁਝ ਰਹਿ ਜਾਣਗੇ ਤੇ ਕੁਝ ਲੋਕ ਹੀ ਰਹਿ ਜਾਵਾਂਗੇ। ਤੇ ਆਪਾਂ ਸਾਰਿਆਂ ਨੂੰ ਜਾਗਣਾ ਪਏਗਾ, ਜੇ ਆਪਣੇ ਗਲੀ ਮੁਹੱਲੇ ਵਿੱਚ ਕਿਤੇ ਵੀ ਕੁਝ ਗਲਤ ਹੁੰਦਾ ਆਪਾਂ ਨੂੰ ਜਾਗਣਾ ਪਏਗਾ, ਉਹਦਾ ਵਿਰੋਧ ਕਰਨਾ ਪਏਗਾ। ਜੇ ਆਪਾਂ ਕਹੀਏ ਵੀ ਇਸ ਮਿਨਿਸਟਰੀ 'ਚ ਵੀ ਸਾਰੇ ਬੰਦੇ ਗਲਤ ਹੈ, ਏਦਾਂ ਵੀ ਨਹੀਂ ਹੈ, ਉਸ ਮਿਨਿਸਟਰੀ ਤੱਕ ਆਪਾਂ ਨੂੰ ਗੱਲ ਪਹੁੰਚਾਉਣੀ ਪਏਗੀ। ਬਕਾਇਦਾ ਆਪਣੀ ਟੀਮ ਨੇ ਤਾਂ ਚਲੋ ਮਿਨਿਸਟਰ ਸੀਐਮ ਤੱਕ ਸਾਰਿਆਂ ਤੱਕ ਗੱਲ ਪਹੁੰਚਾਤੀ, ਕੋਰਟ ਦਾ ਵੀ ਦਰਵਾਜ਼ਾ ਖਟਖਟਾ ਲਿਆ, ਪੀਏਸੀ ਟੀਮ ਵਰਗੀ ਮਹਾਨ ਟੀਮ ਸਾਡੇ ਨਾਲ ਜੁੜ ਗਈ ਹੈ, ਤੇ ਆਪਾਂ ਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ। ਤੇ ਇਹਨਾਂ ਨੂੰ ਦੇਖਦੇ, ਇਹਨਾਂ ਦੇ ਕੰਮ ਨੂੰ ਦੇਖਦੇ ਹੋਏ ਆਪਾਂ ਨੂੰ ਹੋਰ ਆਪਣੀ ਜੰਗ ਨੂੰ ਤੇਜ਼ ਕਰਨਾ ਪਏਗਾ ਤਾਂ ਕਿ ਇਹ ਗਲਤ ਕੰਮ ਨਾ ਹੋਵੇ। ਸਿਰਫ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਆਪਣੇ ਮਹੱਲੇ ਦੇ ਫਾਇਦੇ ਲਈ ਇਹ ਕਰ ਰਹੇ ਹੋ, ਜੇ ਕੰਮ ਤੁਸੀਂ ਰੋਕ ਲਿਆ ਤੁਸੀਂ ਪੰਜਾਬ ਦਾ ਇੱਕ ਮਹਾਨ ਸ਼ਖਸੀਅਤਾਂ ਦੇ ਵਿੱਚ ਆਓਗੇ, ਸਵਰਨ ਅੱਖਰਾਂ 'ਚ ਤੁਹਾਡਾ ਸਾਰਿਆਂ ਦਾ ਨਾਮ ਆਊਗਾ ਵੀ ਇੱਕ ਮਹੱਲੇ ਨੇ ਇੱਕ ਕੋਸ਼ਿਸ਼ ਕੀਤੀ ਤੇ ਉਹਨੇ ਜੰਗ ਜਿੱਤੀ, ਚਾਹੇ ਵਿਰੋਧੀ ਜਿੰਨਾ ਮਰਜ਼ੀ ਹੋਵੇ। ਜੇ ਆਪਾਂ ਗੀਤਾ ਦਾ ਪਾਠ ਪੜ੍ਹ ਲੈਂਦੇ ਆ, ਕੁਰੂਕਸ਼ੇਤਰ ਦੇ ਵਿੱਚ ਵੀ ਇੱਕ ਪਾਸੇ ਬੜੇ ਬੜੇ ਧੁਰੰਦਰ ਸੀ ਤੇ ਇੱਕ ਪਾਸੇ ਇੱਕ ਆਮ ਜੀ ਜਨਤਾ ਸੀ, ਉਦੋਂ ਵੀ ਉਹ ਜਿੱਤੀ ਸੀ। ਜੇ ਆਪਾਂ ਆਪਣੇ ਦਸਮ ਪਿਤਾ ਵੱਲ ਦੇਖ ਲੈਂਦੇ, ਉਹਨੇ ਸਭ ਕੁਝ ਵਾਰ ਕੇ ਸਭ ਨੂੰ ਜਿਤਾ ਦਿੱਤਾ। ਅੱਜ ਉਹਨਾਂ ਦੇ ਕਰਕੇ ਹੀ ਆਪਾਂ ਸਾਰੇ
ਇੱਕ ਚੁੰਨੀਆਂ ਲੈ ਕੇ ਜਾਂ ਆਪਾਂ ਸਹੀ ਤਰੀਕੇ ਨਾਲ ਬੈਠੇ ਆ, ਇੱਜ਼ਤ ਮਾਣ ਲੈ ਰਹੇ ਆ, ਤੇ ਅੱਜ ਉਹਨਾਂ ਦੇ ਨਾਮ ਤੇ ਹੀ ਆਪਾਂ ਜਦੋਂ ਗੱਲ ਕਰਦੇ ਆ ਨਾ, ਉਹਨਾਂ ਦਾ ਨਾਮ ਲਿੱਤੇ ਬਿਨਾ ਕੋਈ ਕੰਮ ਨਹੀਂ ਹੁੰਦਾ। ਉਸ ਪਰਮਪਿਤਾ ਪਰਮਾਤਮਾ ਨੂੰ ਕਿਸੇ ਵੀ ਰੂਪ 'ਚ ਤੁਸੀਂ ਯਾਦ ਕਰ ਲਓ, ਉਹ ਤੁਹਾਡੇ ਨਾਲ ਖੜ ਜਾਂਦਾ। ਤੇ ਹਜੇ ਤੱਕ ਜਿੱਥੇ ਆਪਾਂ ਕਿਹਾ ਜਾਂਦਾ ਸੀ ਵੀ ਪਰਮਾਨੈਂਟ ਲੋਕ ਅਦਾਲਤ ਵਿੱਚ ਜਾ ਕੇ ਕਿਸੇ ਨੂੰ ਕੁਝ ਨਹੀਂ ਮਿਲਣਾ, ਉਸ ਲੋਕ ਅਦਾਲਤ ਦੇ ਵਿੱਚੋਂ ਹੀ ਆਪਾਂ ਨੂੰ ਇਹਨਾਂ ਨੇ ਆਪੇ ਹੀ ਆਪਣੀਆਂ ਗਲਤੀਆਂ ਦੱਸ ਦਿੱਤੀਆਂ। ਇਹ ਆਪਣੀ ਬਹੁਤ ਵੱਡੀ ਜਿੱਤ ਹੈ। ਜੇ ਆਪਾਂ ਅੱਗੇ ਹਾਈ ਕਮਿਸ਼ਨ ਜਾਂ ਹਾਈ ਕੋਰਟ 'ਚ ਜਾਵਾਂਗੇ ਤਾਂ ਆਪਣੀ ਜਿੱਤ 100% ਪੱਕੀ ਹੈ। ਇਸੇ ਕਰਕੇ ਸ਼ਾਇਦ ਉਹਨਾਂ ਨੇ ਥੋੜੇ ਦਿਨਾਂ ਲਈ ਆਪ ਹੀ ਰੋਕ ਦਿੱਤਾ ਹੈ। ਤੇ ਉਹ ਇਹ ਨਾ ਸੋਚੋ ਵੀ ਉਹ ਰੁਕ ਗਿਆ ਕੰਮ ਤੇ ਆਪਾਂ ਹੁਣ ਪਿੱਛੇ ਹਟ ਜਾਈਏ, ਕਿਉਂਕਿ ਉਹ ਕੋਈ ਪਲੈਨਿੰਗ ਕਰ ਰਿਹਾ। ਹਰ ਤੋੜ ਦਾ ਇੱਕ ਤੋੜ ਹੁੰਦਾ, ਉਸ ਤੋੜ ਦਾ ਤੋੜ ਆਪਾਂ ਲੱਭਣਾ। ਤੇ ਇਸ ਲਈ ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ, ਇਕਜੁੱਟ ਹੋਣਾ ਪਊਗਾ ਤੇ ਇਸ ਪਰਿਆਵਰਨ ਦੇ ਕੰਮ ਦੇ ਵਿੱਚ ਹੱਥ ਵਟਾ ਕੇ ਆਪਾਂ ਨੂੰ ਇੱਥੇ ਫਿਰ ਤੋਂ ਬਾਇਓਡਾਇਵਰਸਿਟੀ ਪਾਰਕ, ਮਾਈਕਰੋ ਫੋਰੈਸਟ ਬਣਾਉਣਾ ਪਏਗਾ, ਤਾਂ ਕਿ ਇੱਕ ਐਗਜ਼ਾਮਪਲ ਸੈੱਟ ਹੋਵੇ ਹੋਲ ਪੰਜਾਬ 'ਚ। ਤੇ ਜਿਹੜਾ ਮਾੜੇ ਤੋਂ ਮਾੜਾ ਵੀ ਇਸ ਚੀਜ਼ ਨੂੰ ਦੇਖੇ ਤੇ ਉਹਨੂੰ ਤੁਹਾਨੂੰ ਦੇਖ ਕੇ ਜੋਸ਼ ਆ ਜਾਵੇ, ਯਾਰ ਜੇ ਉਹ ਕਰ ਸਕਦੇ ਤੇ ਮੈਂ ਵੀ ਕਰ ਸਕਦਾ। ਤੇ ਜੇ ਅੱਜ ਤੁਸੀਂ ਹਾਰ ਗਏ ਤੇ ਆਪਣੇ ਬੱਚਿਆਂ ਨੂੰ, ਜੇ ਤੁਸੀਂ ਪਿੱਛੇ ਹਟ ਜਾਂਦੇ ਤੇ ਆਪਣੇ ਬੱਚਿਆਂ ਨੂੰ ਅੱਜ ਤੋਂ ਇਹ ਸਿਖਾਉਣਾ ਬੰਦ ਕਰੋ, ਸੱਚਾਈ ਦੀ ਜਿੱਤ ਹੁੰਦੀ ਹੈ, ਠੀਕ ਹੈ, ਏਕਤਾ 'ਚ ਬਲ ਹੈ। ਇਹ ਕਹਾਣੀਆਂ ਪੜ੍ਹਾਉਣੀਆਂ ਬੰਦ ਕਰ ਦਿਓ, ਪਿਆਸੇ ਕਾਂ ਵਾਲੀ ਕਹਾਣੀ ਪੜ੍ਹਾਉਣੀ ਬੰਦ ਕਰ ਦਿਓ। ਮੈਂ ਵੱਡੀਆਂ ਵੱਡੀਆਂ ਕਹਾਣੀਆਂ ਨਹੀਂ, ਜੇ ਤੁਸੀਂ ਅੱਜ ਜਾ ਕੇ ਘਰਾਂ 'ਚ ਆਪਣੇ ਬੱਚਿਆਂ ਦੀ ਉਹੀ 4 ਕਹਾਣੀਆਂ ਪੜ੍ਹ ਲਓ ਨਾ, ਤੁਹਾਨੂੰ ਪਤਾ ਲੱਗ ਜਾਏਗਾ ਅਸੀਂ ਸਾਰੇ ਕਿਉਂ ਜ਼ੋਰ ਲਾ ਰਹੇ ਤੁਹਾਨੂੰ ਇਕੱਠਾ ਕਰਨ ਦੇ। ਬਸ ਇੰਨੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰੂੰਗਾ ਵੀ ਇਸ ਮੀਂਹ ਦੇ ਵਿੱਚ ਵੀ ਤੁਸੀਂ ਆਏ ਤੇ ਉਸ ਰੱਬ ਨੇ ਵੀ ਪੂਰੀ ਮਦਦ ਕੀਤੀ ਹੈ ਵੀ ਆਪਣੇ ਇਸ ਕੰਮ ਦੇ ਵਿੱਚ ਵੀ ਹਲਕਾ ਹਲਕਾ ਮੀਂਹ ਰੱਖ ਕੇ ਆਪਾਂ ਸਾਰੇ ਪ੍ਰਦਰਸ਼ਨ ਕਰ ਚੁੱਕੇ ਹਾਂ। ਤੇ ਆਪਣੇ ਘਰਾਂ 'ਚ ਬੱਚਿਆਂ ਨੂੰ ਆਪਣੀ ਜਿੱਤ ਦਾ ਲੈਸਨ ਸੁਣਾਓ ਤਾਂ ਕਿ ਉਹਨਾਂ ਦੇ ਵਿੱਚ ਇੱਕ ਫਿਰ ਇਨਕਲਾਬ ਜਾਗੇ। ਤੇ ਹੁਣ ਮੈਂ ਕਪਿਲ ਅਰੋੜਾ ਜੀ ਨੂੰ ਕਹੂੰਗਾ ਥੋੜਾ ਜਿਹਾ। ਧੰਨਵਾਦ ਸਨੀ ਜੀ। ਅੱਜ ਸਾਨੂੰ ਮਹੱਲਾ ਨਿਵਾਸੀਆਂ ਨੂੰ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਇੱਕ ਮੁਹਿੰਮ ਅਸੀਂ ਇੱਕ ਅਲੱਗ-ਅਲੱਗ ਜਗ੍ਹਾ ਤੋਂ ਪਬਲਿਕ ਐਕਸ਼ਨ ਕਮੇਟੀ ਦੇ ਕੁਝ ਨੁਮਾਇੰਦਿਆਂ ਨੇ ਸ਼ੁਰੂ ਕੀਤੀ ਸੀ, ਉਹਨੂੰ ਸਾਨੂੰ ਲਿਜਾਣ ਨੂੰ, ਅੱਗੇ ਤੱਕ ਕੰਮ ਕਰਨ ਨੂੰ ਕਾਫੀ ਟਾਈਮ ਲੱਗਿਆ। ਤੇ ਸਾਨੂੰ ਜਿਹੜਾ ਉਦੋਂ ਸਪੋਰਟ ਸੀਗੀ ਬੜੀ ਛੋਟੀ ਸੀਗੀ ਤੇ ਹੌਲੀ ਹੌਲੀ ਪੰਜਾਬ ਇਕੱਠਾ ਹੋਇਆ 2 ਸਾਲ ਦੇ ਵਿੱਚ। ਪਰ ਜੋ ਤੁਸੀਂ ਅੱਜ ਕਰਕੇ ਦਿਖਾ ਰਹੇ ਹੋ, ਜਿਸ ਤਰ੍ਹਾਂ ਤੁਸੀਂ ਇਕੱਠੇ ਹੋ, ਸਾਨੂੰ ਖੁਸ਼ੀ ਹੈ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਲੁਧਿਆਣਾ ਜਿਹੜਾ ਕਿ ਸਭ ਤੋਂ ਜ਼ਿਆਦਾ ਬਦਨਾਮ ਹੈ ਕਿ ਪੋਲਿਊਸ਼ਨ ਕਰਨ ਲਈ, ਉਹਦੇ ਵਿੱਚ ਤੁਸੀਂ ਅੱਜ ਇੱਕ ਇਲਾਕਾ ਨਿਵਾਸੀ ਇਕੱਠੇ ਹੋ ਕੇ ਆਪਣੀ ਲੜਾਈ ਲਈ ਅੱਜ ਬਾਹਰ ਖੜੇ ਹੋ। ਜੇ ਇਸ ਤਰ੍ਹਾਂ ਹੀ ਹਰ ਇਲਾਕੇ ਦੇ ਵਿੱਚ ਕੁਝ ਲੋਕ ਵੀ ਜਾਗ ਜਾਣ, ਇਹ ਹਰ ਇਲਾਕੇ ਦੇ ਵਿੱਚ ਕੁਝ ਲੋਕ ਜਾਗ ਜਾਣ ਤੇ ਡੈਫੀਨੇਟਲੀ ਸਾਨੂੰ ਇਹ ਪਤਾ ਹੈ ਕਿ ਲੁਧਿਆਣੇ ਦੇ ਹਾਲਾਤ, ਜਿਹੜਾ ਪੋਲਿਊਸ਼ਨ ਇੰਨਾ ਵੱਧ ਚੁੱਕਾ ਹੈ, ਉਹ ਬਹੁਤ ਜਲਦੀ ਖਤਮ ਹੋ ਜਾਏਗਾ। ਹੌਸਲਾ ਹਾਰਨ ਦੀ ਲੋੜ ਨਹੀਂ ਹੈ ਕਿ ਅੱਜ ਤੁਸੀਂ ਇੱਥੇ ਆਏ ਹੋ ਕਿ ਕੋਈ ਨਹੀਂ ਆਇਆ ਜਾਂ ਕੁਝ ਵੀ ਨਹੀਂ ਹੈ। ਇਹ ਹੌਲੀ ਹੌਲੀ ਜਿਹੜੇ ਕਦਮ ਨੇ ਨਾ, ਇਹ ਤੁਹਾਨੂੰ ਜਿੱਤ ਵੱਲ ਲੈ ਕੇ ਜਾਣਗੇ। ਇਕੱਠੇ ਰਹਿਣਾ ਤੇ ਅਗਲੀ ਤਿਆਰੀ ਜਿਸ ਦਿਨ ਜਿੱਦਾਂ ਅੱਜ ਹੈਗਾ, ਅਗਲੀ ਤਿਆਰੀ ਵੀ ਤੁਸੀਂ ਨਾਲ ਲੈ ਕੇ ਚੱਲਣੀ ਹੈ ਕਿ ਅੱਜ ਤੁਸੀਂ ਐਤਵਾਰ ਨੂੰ ਇਹ ਪ੍ਰੋਟੈਸਟ ਕੀਤਾ ਹੈ, ਇੱਕ ਐਤਵਾਰ ਹੋਰ ਪ੍ਰੋਟੈਸਟ ਇੱਥੇ ਕਰੋ। ਉਸ ਤੋਂ ਬਾਅਦ ਕਿਸੇ ਕੰਮ ਵਾਲੇ ਦਿਨ, ਸੋਮ ਮੰਗਲ ਜਿਹੜਾ ਵੀ ਹੋਏਗਾ, ਜਿਸ ਦਿਨ ਛੁੱਟੀ ਨਾ ਹੋਵੇ ਸਰਕਾਰੀ, ਉਸ ਤੋਂ ਬਾਅਦ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਜ਼ੋਨ ਡੀ ਦੇ ਬਾਹਰ ਇੱਕ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰੋ। ਜੇ ਪ੍ਰੋਟੈਸਟ ਦੇ ਨਾਲ ਨਾਲ ਜਿਸ ਤਰ੍ਹਾਂ ਕਾਫੀ ਲੇਡੀਜ਼ ਹੈਗੀਆਂ ਇੱਥੇ, ਤੇ ਆਪਾਂ ਜੇ ਉੱਥੇ ਕੋਈ ਛੋਟਾ ਜਿਹਾ ਇੱਕ ਕੀਰਤਨ ਹੀ ਕਰਾ ਦਿੰਦੇ ਹਾਂ, ਸ਼ਬਦ ਹੀ ਹੋ ਜਾਏ ਉੱਥੇ ਬੈਠ ਕੇ ਆਰਾਮ ਨਾਲ, ਸਰਕਾਰ ਨੂੰ ਜਗਾਉਣ ਲਈ, ਨਗਰ ਨਿਗਮ ਦੇ ਕਮਿਸ਼ਨਰ ਨੂੰ ਜਗਾਉਣ ਲਈ, ਜੋ ਆਪਣੇ ਫੇਸਬੁੱਕ ਤੇ ਲਾਈਵ ਹੋ ਕੇ ਕਾਫੀ ਗੱਲਾਂ ਤਾਂ ਬਹੁਤ ਕਰ ਰਹੇ ਆ, ਲੇਕਿਨ ਆਮ ਜਨਤਾ ਦੇ ਵਿੱਚ ਆ ਕੇ ਕੋਈ ਗੱਲ ਕਰਨ ਦੀ ਗੱਲ ਨਹੀਂ ਹੋ ਰਹੀ। ਸਿਰਫ ਅਫਸਰਾਂ ਨਾਲ ਗੱਲ ਕਰਨ ਨਾਲ ਲੁਧਿਆਣਾ ਨਹੀਂ ਸੁਧਰ ਜਾਣਾ, ਲੋਕਾਂ ਨੂੰ ਉਹਨਾਂ ਨੂੰ ਜਗਾਉਣਾ ਹੀ ਪੈਣਾ ਹੈ। ਜਗਾਉਣ ਲਈ ਤੁਸੀਂ, ਪਬਲਿਕ ਐਕਸ਼ਨ ਕਮੇਟੀ ਤੁਹਾਡੇ ਨਾਲ ਖੜੀ ਹੈ ਤੇ ਸਿਰਫ ਅਸੀਂ ਇਹੀ ਕਹਾਂਗੇ ਕਿ ਜੋ ਕਾਨੂੰਨ ਦੇ ਵਿੱਚ ਹੈਗਾ ਕਿ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਕੰਮ ਕਰਨਾ ਹੈ। ਕੋਈ ਕਿਸੇ ਆਮ ਆਦਮੀ ਜਾਂ ਕਿਸੇ ਲੋਕਾਂ ਨੂੰ ਕੋਈ ਸਫਰ ਨਾ ਹੋਵੇ ਤੇ ਉਸ ਹਿਸਾਬ ਨਾਲ ਆਪਾਂ ਇਹ ਆਪਣੇ ਜਿਹੜੀ ਮੁਹਿੰਮ ਨੂੰ ਅੱਗੇ ਵਧਾਉਂਦੇ ਰਹਾਂਗੇ। ਤੇ ਮੈਂ ਸਨੀ ਜੀ ਨੂੰ ਕਹੂੰਗਾ ਕਿ ਅਗਲੇ ਪ੍ਰੋਗਰਾਮ ਦਾ ਵੀ ਅੱਜ ਕਰਨ ਤੇ ਉਸ ਤੋਂ ਬਾਅਦ ਜਿਹੜਾ ਪੀਸਫੁਲ ਪ੍ਰੋਟੈਸਟ ਨਗਰ ਨਿਗਮ ਲੁਧਿਆਣਾ ਦੇ ਮੇਨ ਆਫਿਸ ਕਰਨਾ ਕਰਦੇ ਵਿੱਚ, ਉਹਦੀ ਵੀ ਉਸ ਹਿਸਾਬ ਨਾਲ ਤਿਆਰੀ ਕਰਕੇ ਤੇ ਪੰਜਾਬ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਨ। ਪਬਲਿਕ ਐਕਸ਼ਨ ਕਮੇਟੀ ਹਮੇਸ਼ਾ ਤੁਹਾਡੇ ਨਾਲ ਉੱਥੇ ਹੋਵੇ। ਥੈਂਕ ਯੂ ਸਰ, ਥੈਂਕ ਯੂ। ਤੇ ਤੁਹਾਡਾ ਸਾਰਾ ਧੰਨਵਾਦ ਹੈ